ਤੁਸੀਂ ਕਿਹਾ ਸੀਗਾ ਕਿ ਤੁਸੀਂ ਕੱਲ ਐਜੀਟੇਸ਼ਨ ਦਾ ਕਿਹਾ ਸੀਗਾ ਤਾਂ ਉਹਦਾ ਕੀ ਬਣਿਆ? ਉਹਦੇ 'ਚ ਸਾਨੂੰ ਬਾਅਦ 'ਚ ਡੀਸੀ ਸਾਹਿਬ ਨੇ, ਐਸਐਸਪੀ ਸਾਹਿਬ ਨੇ, ਮਹਾਜਨ ਸਾਹਿਬ ਨੂੰ ਸਪੈਸ਼ਲੀ ਇਨਫੋਰਮ ਕੀਤਾ ਹੈ ਕਿ ਅਸੀਂ ਜਾਂਚ ਤੇਜ਼ੀ ਨਾਲ ਸ਼ੁਰੂ ਕਰਤੀ ਹੈ, ਕਿਉਂਕਿ ਜਿਹੜਾ ਐਵੀਡੈਂਸ ਮਿਲ ਰਿਹਾ ਜਿਹੜੇ ਉਹਦੇ ਮੁਤਾਬਕ ਪੁਲਿਸ ਵੀ ਕਹਿ ਰਹੀ ਸੀ ਸ਼ਾਮ ਤੱਕ ਕਿ ਸਕੂਲ ਦੀ ਘਟਨਾ ਨਹੀਂ ਲੱਗਦੀ। ਫੁਟੇਜ ਬੇਸਿਸ ਤੇ ਪੁਲਿਸ ਨੇ ਇਨਵੈਸਟੀਗੇਟ ਕੀਤਾ, ਤਾਂ ਹੀ ਤਾਂ ਅਰੈਸਟ ਨਹੀਂ ਕੀਤਾ ਸੀਗਾ। ਜਿਹੜੇ ਅਰੈਸਟ ਰਾਤ ਨੂੰ ਹੀ ਅਰਲੀ ਮਾਰਨਿੰਗ ਕਰ ਰਹੇ ਹੋ, ਪਹਿਲਾਂ ਵੀ ਕਰ ਸਕਦੇ ਸੀਗੇ, ਬਟ ਇਹ ਸਾਰਾ ਦਬਾਅ 'ਚ ਕੀਤਾ। ਔਰ ਉਸ ਤੋਂ ਬਾਅਦ ਸ਼ਾਮੀ ਮਹਾਜਨ ਸਾਹਿਬ ਨੂੰ ਸਪੈਸ਼ਲ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੇ ਇਨਫੋਰਮ ਕੀਤਾ ਕਿ ਅਸੀਂ ਟੀਮਾਂ ਲਗਾਤੀਆਂ, ਅਸੀਂ ਇਨਵੈਸਟੀਗੇਸ਼ਨ ਤੇਜ਼ੀ ਨਾਲ ਸ਼ੁਰੂ ਕਰਤੀ ਹੈ ਔਰ ਜਲਦੀ ਜਿਹੜੇ ਹੈ ਕਲਪ੍ਰਿਟ ਨੂੰ ਅਸੀਂ ਪਕੜਾਂਗੇ। ਬਟ ਜਦ ਤੱਕ ਕਲਪ੍ਰਿਟ ਪਕੜਿਆ ਨਹੀਂ ਗਿਆ ਸੀ ਉਦੋਂ ਤੱਕ ਗਿੱਲ ਸਾਹਿਬ ਨੂੰ ਕਿਉਂ ਪਕੜਿਆ ਗਿਆ? ਗਿੱਲ ਸਾਹਿਬ ਤਾਂ ਸ਼ੁਰੂ ਤੋਂ ਕਹਿ ਰਹੇ ਸੀਗੇ, ਉਹਨਾਂ ਨੂੰ ਤਾਂ ਸਕੂਲ 'ਚ ਬੈਠੇ ਹੋ, ਆਪਦੀ ਇੰਸਟੀਟਿਊਸ਼ਨ ਬੈਠੇ ਹੋਏ, ਉਹ ਕਿਤੇ ਨਹੀਂ ਗਏ। ਔਰ ਉਹਦੇ ਬਾਵਜੂਦ ਵੀ ਉਹਨਾਂ ਨੂੰ ਸਡਨਲੀ ਜਦੋਂ ਉਹਨਾਂ ਨੇ ਆਫਰ ਕੀਤਾ ਤੇ ਉਹਦੇ ਬਾਅਦ ਕਰਕੇ ਤੇ ਜਾਮ ਖੁਲਵਾ ਕੇ ਦੁਆਰਾ ਫਿਰ ਉਹ ਸੈਕਸ਼ਨ ਜੋ ਪਤਾ ਲੱਗਦਾ ਕਿ ਚੇਂਜ ਵੀ ਕੀਤੇ ਗਏ ਸ਼ਾਇਦ ਸੈਕਸ਼ਨ। ਤਾਂ ਸਾਡੀ ਤਾਂ ਸਿੰਪਲ ਸਾਰੀਆਂ ਜਥੇਬੰਦੀਆਂ ਦੀ ਇਹੀ ਰਿਕੁਐਸਟ ਹੈ ਕਿ ਜਿਹੜੇ ਬੱਚੀ ਦੇ ਨਾਲ ਹੋਇਆ ਉਹਦੇ ਮਾਪੇ ਤੇ ਕੀ ਬੀਤ ਰਹੀ ਹੈ ਸਾਨੂੰ ਪਤਾ ਹੈ, ਅਸੀਂ ਆਪ ਬੱਚਿਆਂ ਵਾਲੇ ਹਾਂ। ਬਟ ਐਟ ਦ ਸੇਮ ਟਾਈਮ ਜਿਹੜੇ ਗਿੱਲ ਸਾਹਿਬ ਸ਼ੁਰੂ ਤੋਂ ਸਾਥ ਦੇ ਰਹੇ ਸੀਗੇ ਉਹਨਾਂ ਵਾਲੇ ਧੱਕਾ ਨਹੀਂ ਹੋਣਾ ਚਾਹੀਦਾ ਸੀ। ਪੁਲਿਸ ਨੂੰ ਜਲਦੀ ਤੋਂ ਜਲਦੀ ਜਿਹੜੀ ਹੈ ਜਾਂਚ ਕੰਪਲੀਟ ਕਰਕੇ ਜਿਹੜਾ ਮੁੱਖ ਦੋਸ਼ੀ ਨੂੰ ਸਾਹਮਣੇ ਲੈ ਕੇ ਤੇ ਗਿੱਲ ਸਾਹਿਬ ਨੂੰ ਤੁਸੀਂ ਕਿਹਾ ਸੀਗਾ ਕਿ ਤੁਸੀਂ ਕੱਲ ਐਜੀਟੇਸ਼ਨ ਦਾ ਕਿਹਾ ਸੀਗਾ ਤਾਂ ਉਹਦਾ ਕੀ ਬਣਿਆ? ਉਹਦੇ 'ਚ ਸਾਨੂੰ ਬਾਅਦ 'ਚ ਡੀਸੀ ਸਾਹਿਬ ਨੇ, ਐਸਐਸਪੀ ਸਾਹਿਬ ਨੇ, ਮਹਾਜਨ ਸਾਹਿਬ ਨੂੰ ਸਪੈਸ਼ਲੀ ਇਨਫੋਰਮ ਕੀਤਾ ਹੈ ਕਿ ਅਸੀਂ ਜਾਂਚ ਤੇਜ਼ੀ ਨਾਲ ਸ਼ੁਰੂ ਕਰਤੀ ਹੈ, ਕਿਉਂਕਿ ਜਿਹੜਾ ਐਵੀਡੈਂਸ ਮਿਲ ਰਿਹਾ ਜਿਹੜੇ ਉਹਦੇ ਮੁਤਾਬਕ ਪੁਲਿਸ ਵੀ ਕਹਿ ਰਹੀ ਸੀ ਸ਼ਾਮ ਤੱਕ ਕਿ ਸਕੂਲ ਦੀ ਘਟਨਾ ਨਹੀਂ ਲੱਗਦੀ। ਫੁਟੇਜ ਬੇਸਿਸ ਤੇ ਪੁਲਿਸ ਨੇ ਇਨਵੈਸਟੀਗੇਟ ਕੀਤਾ, ਤਾਂ ਹੀ ਤਾਂ ਅਰੈਸਟ ਨਹੀਂ ਕੀਤਾ ਸੀਗਾ। ਜਿਹੜੇ ਅਰੈਸਟ ਰਾਤ ਨੂੰ ਹੀ ਅਰਲੀ ਮਾਰਨਿੰਗ ਕਰ ਰਹੇ ਹੋ, ਪਹਿਲਾਂ ਵੀ ਕਰ ਸਕਦੇ ਸੀਗੇ, ਬਟ ਇਹ ਸਾਰਾ ਦਬਾਅ 'ਚ ਕੀਤਾ। ਔਰ ਉਸ ਤੋਂ ਬਾਅਦ ਸ਼ਾਮੀ ਮਹਾਜਨ ਸਾਹਿਬ ਨੂੰ ਸਪੈਸ਼ਲ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੇ ਇਨਫੋਰਮ ਕੀਤਾ ਕਿ ਅਸੀਂ ਟੀਮਾਂ ਲਗਾਤੀਆਂ, ਅਸੀਂ ਇਨਵੈਸਟੀਗੇਸ਼ਨ ਤੇਜ਼ੀ ਨਾਲ ਸ਼ੁਰੂ ਕਰਤੀ ਹੈ ਔਰ ਜਲਦੀ ਜਿਹੜੇ ਹੈ ਕਲਪ੍ਰਿਟ ਨੂੰ ਅਸੀਂ ਪਕੜਾਂਗੇ। ਬਟ ਜਦ ਤੱਕ ਕਲਪ੍ਰਿਟ ਪਕੜਿਆ ਨਹੀਂ ਗਿਆ ਸੀ ਉਦੋਂ ਤੱਕ ਗਿੱਲ ਸਾਹਿਬ ਨੂੰ ਕਿਉਂ ਪਕੜਿਆ ਗਿਆ? ਗਿੱਲ ਸਾਹਿਬ ਤਾਂ ਸ਼ੁਰੂ ਤੋਂ ਕਹਿ ਰਹੇ ਸੀਗੇ, ਉਹਨਾਂ ਨੂੰ ਤਾਂ ਸਕੂਲ 'ਚ ਬੈਠੇ ਹੋ, ਆਪਦੀ ਇੰਸਟੀਟਿਊਸ਼ਨ ਬੈਠੇ ਹੋਏ, ਉਹ ਕਿਤੇ ਨਹੀਂ ਗਏ। ਔਰ ਉਹਦੇ ਬਾਵਜੂਦ ਵੀ ਉਹਨਾਂ ਨੂੰ ਸਡਨਲੀ ਜਦੋਂ ਉਹਨਾਂ ਨੇ ਆਫਰ ਕੀਤਾ ਤੇ ਉਹਦੇ ਬਾਅਦ ਕਰਕੇ ਤੇ ਜਾਮ ਖੁਲਵਾ ਕੇ ਦੁਆਰਾ ਫਿਰ ਉਹ ਸੈਕਸ਼ਨ ਜੋ ਪਤਾ ਲੱਗਦਾ ਕਿ ਚੇਂਜ ਵੀ ਕੀਤੇ ਗਏ ਸ਼ਾਇਦ ਸੈਕਸ਼ਨ। ਤਾਂ ਸਾਡੀ ਤਾਂ ਸਿੰਪਲ ਸਾਰੀਆਂ ਜਥੇਬੰਦੀਆਂ ਦੀ ਇਹੀ ਰਿਕੁਐਸਟ ਹੈ ਕਿ ਜਿਹੜੇ ਬੱਚੀ ਦੇ ਨਾਲ ਹੋਇਆ ਉਹਦੇ ਮਾਪੇ ਤੇ ਕੀ ਬੀਤ ਰਹੀ ਹੈ ਸਾਨੂੰ ਪਤਾ ਹੈ, ਅਸੀਂ ਆਪ ਬੱਚਿਆਂ ਵਾਲੇ ਹਾਂ। ਬਟ ਐਟ ਦ ਸੇਮ ਟਾਈਮ ਜਿਹੜੇ ਗਿੱਲ ਸਾਹਿਬ ਸ਼ੁਰੂ ਤੋਂ ਸਾਥ ਦੇ ਰਹੇ ਸੀਗੇ ਉਹਨਾਂ ਵਾਲੇ ਧੱਕਾ ਨਹੀਂ ਹੋਣਾ ਚਾਹੀਦਾ ਸੀ। ਪੁਲਿਸ ਨੂੰ ਜਲਦੀ ਤੋਂ ਜਲਦੀ ਜਿਹੜੀ ਹੈ ਜਾਂਚ ਕੰਪਲੀਟ ਕਰਕੇ ਜਿਹੜਾ ਮੁੱਖ ਦੋਸ਼ੀ ਨੂੰ ਸਾਹਮਣੇ ਲੈ ਕੇ ਤੇ ਗਿੱਲ ਸਾਹਿਬ ਨੂੰ ਜਿਹੜੀ ਹੈ ਸਾਬਤ ਹੋ ਰਹੀ ਹੈ। ਜੀ ਦੇਖੋ, ਅੱਜ ਅਸੀਂ ਇੱਥੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨ ਪੰਜਾਬ ਅਤੇ ਜੁਆਇੰਟ ਐਸੋਸੀਏਸ਼ਨ ਆਫ ਕਾਲਜ ਜੈਕ ਦੇ 13 ਐਸੋਸੀਏਸ਼ਨਾਂ ਦੇ ਨੁਮਾਇੰਦੇ ਇੱਥੇ ਇਕੱਠੇ ਹੋਏ ਹਾਂ ਪੂਰੇ ਪੰਜਾਬ ਦੀਆਂ ਸੰਸਥਾਵਾਂ ਵੱਲੋਂ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਿਹੜੀ ਘਟਨਾ ਹੋਈ ਹੈ ਉਸ ਦੀ ਸਾਨੂੰ ਬੜਾ ਅਫਸੋਸ ਹੈ, ਅਸੀਂ ਉਹਦੀ ਨਿਖੇਧੀ ਕਰਦੇ ਹਾਂ ਔਰ ਜਿਹੜਾ ਦੋਸ਼ੀ ਹੈ ਉਸ ਨੂੰ ਅਸੀਂ ਫੜੇ ਜਾਣ ਦੀ ਅਪੀਲ ਕਰਦੇ ਹਾਂ। ਤੇ ਸਾਡੀ ਸਹਿਮਤੀ ਹੈ ਜਿਹੜੀ ਮਾਪਿਆਂ ਨਾਲ ਆ ਜਿਹੜੇ ਬੱਚੇ ਦੇ ਨਾਲ ਇਹ ਘਟਨਾ ਵਾਪਰੀ ਹੈ। ਪਰੰਤੂ ਜਿਹੜੀ ਸੰਸਥਾ ਦੀ ਆਪਾਂ ਗੱਲ ਕਰ ਰਹੇ ਹਾਂ ਸੁਖਜਿੰਦਰਾ ਗਰੁੱਪ ਆਫ ਇੰਸਟੀਟਿਊਸ਼ਨਸ, ਅੱਜ ਅਸੀਂ ਇੱਥੇ ਪੂਰੀ ਕਮੇਟੀ ਇੱਥੇ ਆਏ ਹਾਂ। ਅਸੀਂ ਇਹਨਾਂ ਦੇ ਆ ਕੇ ਸਾਰੇ ਟੀਵੀ ਫੁਟੇਜ ਜਿਹੜੇ ਸੀਸੀਟੀਵੀ ਫੁਟੇਜ ਦੇਖੇ ਨੇ। ਬੱਚੇ ਦੇ ਸਕੂਲ ਐਂਟਰ ਹੋਣ ਤੋਂ ਲੈ ਕੇ ਵਾਪਸੀ ਹੋਣ ਤੱਕ ਕੋਈ ਬਿਨਾਂ ਗੈਪ ਤੋਂ ਜਿਹੜਾ ਹੈਗਾ ਬੱਚਾ ਇੱਥੇ ਠੀਕ ਨਜ਼ਰ ਆ ਰਿਹਾ। ਜੋ ਸਾਨੂੰ ਦੱਸਿਆ ਗਿਆ, ਜੋ ਅਸੀਂ ਦੇਖਿਆ, ਉਸ ਤੋਂ ਉਪਰੰਤ ਜਿਹੜਾ ਉਹ ਬੱਚਾ ਇੱਕ ਫੁਟੇਜ ਹੋਰ ਸਾਹਮਣੇ ਆਈ ਹੈ ਜਿਹਦੇ ਵਿੱਚ ਉਹ ਆਪਣੇ ਪੇਰੈਂਟਸ ਦੇ ਮੋਟਰਸਾਈਕਲ ਦੇ ਉੱਤੇ ਜਿਹੜਾ ਹੈਗਾ ਠੀਕ ਢੰਗ ਨਾਲ ਬੈਠਦਾ ਤੇ ਵਾਪਸ ਜਾਂਦਾ ਦਿਖਾਈ ਦਿੱਤਾ। ਉਸ ਤੋਂ ਬਾਅਦ ਸਾਨੂੰ ਪਤਾ ਚੱਲਿਆ ਵੀ ਉਹ ਬੱਚਾ ਜਿਹੜਾ ਹੈਗਾ ਸੀ ਮਾਰਕੀਟ ਦੇ ਵਿੱਚ ਗਿਆ, ਉੱਥੇ ਉਹਨਾਂ ਨੇ ਕੋਈ ਸ਼ਾਪਿੰਗ ਵਗੈਰਾ ਕੀਤੀ ਆ ਤੇ ਪੇਰੈਂਟਸ ਦੇ ਨੋਟਸ ਦੇ ਵਿੱਚ ਰਾਤ ਨੂੰ ਗੱਲ ਆਈ ਹੈ। ਤਾਂ ਸਾਡੀ ਇੱਥੇ ਮੰਗ ਇਹ ਸੀ ਵੀ ਜਿਹੜੀ ਸੰਸਥਾ ਇਹਦੇ ਵਿੱਚ ਤਾਂ ਪੂਰੀ ਫੁਟੇਜ ਆਪਣਾ ਦੇਖ ਲਈ ਹੈ ਪੁਲਿਸ ਨੇ ਤੇ ਉਹ ਮੰਨਦੇ ਵੀ ਰਹੇ ਨੇ, ਐਗਰੀ ਵੀ ਹੁੰਦੇ ਰਹੇ ਨੇ ਵੀ ਸੰਸਥਾ ਦੇ ਪਾਰਟ ਦੇ ਉੱਤੇ ਕੋਈ ਫਾਲਟ ਨਹੀਂ ਹੈਗਾ, ਇੱਥੇ ਕੁਝ ਹੋਇਆ ਨਹੀਂ ਜਾਪਦਾ। ਪਰੰਤੂ ਜਿਹੜੀ ਇਨਵੈਸਟੀਗੇਸ਼ਨ ਬਾਅਦ ਦੇ ਵਿੱਚ ਬਾਅਦ ਦੁਪਹਿਰ ਤੋਂ ਲੈ ਕੇ ਰਾਤ ਤੱਕ ਦੀ ਉਹ ਪੂਰੀ ਇਨਵੈਸਟੀਗੇਸ਼ਨ ਕੀਤੇ ਬਿਨਾਂ ਸਾਡੇ ਇਸ ਸੰਸਥਾ ਦੇ ਚੇਅਰਮੈਨ ਗਿੱਲ ਸਾਹਿਬ ਨੂੰ ਗੁੱਡ ਫੇਥ ਵਿੱਚ ਲੈ ਕੇ ਜਾਮ ਖਿਲਾਉਣ ਦੇ ਇੱਕ ਬਹਾਨਾ ਲੈ ਕੇ ਉਹਨਾਂ ਨੂੰ ਅੰਦਰ ਤਾੜ ਦਿੱਤਾ ਗਿਆ, ਜਿਸ ਦੀ ਅਸੀਂ ਸਾਰੇ ਪੰਜਾਬ ਦੀਆਂ ਸੰਸਥਾਵਾਂ ਜਿਹੜੀ ਨਿਖੇਧੀ ਕਰਦੇ ਹਾਂ। ਬਹੁਤ ਇਹ ਗਲਤ ਹਰਕਤ ਹੈ। ਜੇ ਤਾਂ ਸੰਸਥਾ ਕੋਈ ਕੋਆਪਰੇਸ਼ਨ ਨਾ ਕਰ ਰਹੀ ਹੋਵੇ ਜਾਂ ਫੈਕਟਸ ਨੂੰ ਹਾਈਡ ਕਰ ਰਹੀ ਹੋਵੇ ਜਾਂ ਉਹ ਕਿਸੇ ਸਬੂਤਾਂ ਨੂੰ ਤੋੜ ਮਰੋੜ ਰਹੀ ਹੋਵੇ ਤਾਂ ਇਹੋ ਜਿਹਾ ਐਕਸ਼ਨ ਹੁੰਦਾ। ਗਿੱਲ ਸਾਹਿਬ ਨੇ ਆਪ ਅੱਗੇ ਆ ਕੇ ਪੁਲਿਸ ਦਾ ਸਮਰਥਨ ਦਿੱਤਾ, ਲੇਕਿਨ ਉਹਨਾਂ ਨਾਲ ਇਹ ਧੋਖਾ ਹੋਇਆ। ਅਸੀਂ ਪੁਲਿਸ ਦੀ ਇਸ ਐਕਟੀਵਿਟੀ ਦੀ ਵੀ ਨਿਖੇਧੀ ਕਰਦੇ ਹਾਂ ਔਰ ਉਸ ਦੇ ਨਾਲ ਹੀ ਜਿਹੜਾ ਅਸੀਂ ਮੰਗ ਕਰਦੇ ਹਾਂ ਵੀ ਜਿਹੜਾ ਦੋਸ਼ੀ ਹੈ ਉਸ ਨੂੰ ਫੜਿਆ ਜਾਵੇ ਔਰ ਜਿਹੜੇ ਇਹ ਨਿਰਦੋਸ਼ ਵਿਅਕਤੀ ਨੇ ਇਹਨਾਂ ਤੇ ਇਸ ਤਰ੍ਹਾਂ ਦੇ ਜਿਹੜੇ ਸੰਗੀਨ ਜਿਹੜੇ ਧਾਰਾਵਾਂ ਲਾਉਣੀਆਂ ਨਹੀਂ ਬਣਦੀਆਂ। ਮੈਂ ਧਾਰਾਵਾਂ ਦੇਖੀਆਂ ਨੇ FIR ਦੇ ਵਿੱਚ, ਉਹਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਹੀ ਨਹੀਂ ਹੋਈ ਇਹ ਕਿਵੇਂ ਪਤਾ ਲੱਗਾ ਵੀ ਗੈਂਗ ਰੇਪ ਹੈ, ਉਹ 'ਚ ਗੈਂਗ ਰੇਪ ਦੀ ਵੀ ਲਾਈ ਪਈ ਹੈ, ਉਹਦੇ ਵਿੱਚ ਰੇਪ ਦੀ ਵੀ ਲਾਈ ਪਈ ਹੈ। ਉਸ ਦੇ ਵਿੱਚ ਇਹ ਚੀਜ਼ਾਂ ਨੂੰ ਪ੍ਰੋਤਸਾਹਿਤ ਕਰਨ ਦੇ ਵਾਸਤੇ, ਵਧਾਵਾ ਦੇਣ ਵਾਸਤੇ ਧਾਰਾਵਾਂ ਇਹਨਾਂ ਦੇ ਉੱਤੇ ਲਾ ਦਿੱਤੀਆਂ ਨੇ ਔਰ ਇਸ ਤਰ੍ਹਾਂ ਦੀਆਂ ਧਾਰਾਵਾਂ ਜਿਹੜੀ ਬਿਲਕੁਲ ਲਾਉਣੀਆਂ ਨਹੀਂ ਬਣਦੀਆਂ। ਜਿਹੜੀ ਉਸ ਦੀ FIR ਦੀ ਜਿਹੜੀ ਉਹ ਲਿਖੀ ਹੋਈ ਹੈ ਜੀ ਉਹਦੇ ਵਿੱਚ ਧਾਰਾਵਾਂ ਲਿਖੀਆਂ ਹੋਈਆਂ ਨੇ ਸਾਰੀਆਂ,
ਲੇਕਿਨ ਅਸੀਂ ਇਹ ਕਹਿੰਦੇ ਆ ਵੀ ਇਨਵੈਸਟੀਗੇਸ਼ਨ ਪ੍ਰੋਪਰ ਕਰੋ। ਸੰਸਥਾ ਕਿਤੇ ਭੱਜੀ ਨਹੀਂ ਜਾ ਰਹੀ, ਸੰਸਥਾ ਦੇ ਚੇਅਰਮੈਨ ਕਿਤੇ ਭੱਜੇ ਨਹੀਂ ਜਾ ਰਹੇ ਸੀਗੇ, ਫਿਰ ਐਡਾ ਵੱਡਾ ਐਕਸ਼ਨ ਜਿਹੜਾ ਹੈਗਾ ਕਰਨਾ ਨਹੀਂ ਸੀ ਬਣਦਾ। ਬਹੁਤ ਸਾਰੀਆਂ ਸਾਡੇ ਸਮਾਜ ਦੇ ਵਿੱਚ ਇਹੋ ਜਿਹੀਆਂ ਚੈਰੀਟੇਬਲ ਆਰਗੇਨਾਈਜੇਸ਼ਨ ਚੱਲਦੀਆਂ ਨੇ ਜਿਨ੍ਹਾਂ ਦੇ ਸਾਡੇ ਸੁਸਾਇਟੀ ਦੇ ਵਿੱਚੋਂ ਕੁਝ ਬਜ਼ੁਰਗ ਲੋਕ ਚੇਅਰਮੈਨ ਹੁੰਦੇ ਨੇ। ਇਹਦਾ ਮਤਲਬ ਅਗਰ ਉਸ ਸੰਸਥਾਵਾਂ ਵਿੱਚ ਕੋਈ ਵੀ ਘਟਨਾ ਵਾਪਰਦੀ ਆ ਤਾਂ ਤੁਸੀਂ ਉਹਨਾਂ ਲੋਕਾਂ ਨੂੰ ਫੜ ਕੇ ਅੰਦਰ ਕਰ ਦਿਓਗੇ। ਸਰਕਾਰੀ ਸੰਸਥਾ ਦੇ ਵਿੱਚ ਅਗਰ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਤਾਂ ਕੀ ਉੱਥੇ ਪ੍ਰਿੰਸੀਪਲ ਨੂੰ ਅੰਦਰ ਕੀਤਾ ਜਾਂਦਾ? ਅਗਰ ਕੋਈ ਪੁਲਿਸ ਡਿਪਾਰਟਮੈਂਟ ਦੇ ਵਿੱਚ ਕਿਸੇ ਡਿਪਾਰਟਮੈਂਟ ਦੇ ਹੁੰਦਾ ਤਾਂ ਕੀ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਤੇ ਕੋਈ ਕਾਰਵਾਈ ਹੁੰਦੀ ਆ ਜਾਂ ਸੰਬੰਧਿਤ ਮੰਤਰੀਆਂ ਤੇ ਹੁੰਦੀ ਆ? ਚਲੋ ਅਸੀਂ ਇਸ ਗੱਲ ਨੂੰ ਵੀ ਮਨਜ਼ੂਰ ਕਰ ਲੈਂਦੇ ਹਾਂ, ਲੇਕਿਨ ਇਹ ਫਿਰ ਨਿਯਮ ਸਾਰਿਆਂ ਤੇ ਲਾਗੂ ਹੋਣਾ ਚਾਹੀਦਾ, ਸਾਰੇ ਡਿਪਾਰਟਮੈਂਟਸ ਤੇ ਲਾਗੂ ਹੋਣਾ ਚਾਹੀਦਾ। ਅਗਰ ਕੋਈ ਜ਼ਿਲ੍ਹੇ ਦੇ ਵਿੱਚ ਕੋਈ ਹਰਕਤ ਵਾਪਰਦੀ ਹੈ, ਕੋਈ ਗਲਤ ਘਟਨਾ ਹੁੰਦੀ ਹੈ ਤਾਂ ਉਹਦੇ ਲਈ ਡੀਸੀ ਸਾਹਿਬਾਨ ਨੂੰ ਵੀ ਦੋਸ਼ੀ ਬਣਾਉਣਾ ਚਾਹੀਦਾ, ਉਹਨਾਂ ਪੁਲਿਸ ਅਧਿਕਾਰੀਆਂ ਨੂੰ ਵੀ ਦੋਸ਼ੀ ਬਣਾਉਣਾ ਚਾਹੀਦਾ, ਉਹ ਡਿਪਾਰਟਮੈਂਟਾਂ ਨੂੰ ਦੋਸ਼ੀ ਬਣਾਉਣਾ ਚਾਹੀਦਾ। ਇਹ ਇਕੱਲਾ ਹੀ ਜਿਹੜੀਆਂ ਇਹ ਸੈਲਫ ਫਾਈਨਾਂਸਿੰਗ ਇੰਸਟੀਟਿਊਸ਼ਨਸ ਨੇ, ਇਹ ਰੂਲ ਇਹਨਾਂ ਇਕੱਲਿਆਂ ਲਈ ਕਿਉਂ ਆ? ਸੋ ਸਾਡੀ ਮੰਗ ਇਸ ਗੱਲ ਦੀ ਆ ਵੀ ਆਪਦੀ ਇਨਵੈਸਟੀਗੇਸ਼ਨ ਕਰੋ, ਜੇ ਦੋਸ਼ੀ ਸਾਡੀਆਂ ਸੰਸਥਾਵਾਂ ਵਿੱਚੋਂ ਕੋਈ ਆ ਉਹਨੂੰ ਨਾ ਬਖਸ਼ਿਆ ਜਾਵੇ। ਲੇਕਿਨ ਇੱਕ ਐਡੇ ਸਾਫ਼ ਸੁਥਰੀ ਅਕਸ਼ ਵਾਲੇ ਇਨਸਾਨ ਨੂੰ ਤੁਸੀਂ ਐਡੀਆਂ ਧਾਰਾਵਾਂ ਲਾ ਕੇ ਅੰਦਰ ਕਰ ਦੇਣਾ ਜਿਹੜਾ ਹੈਗਾ ਬਹੁਤ ਮਾੜਾ ਕੰਮ ਆ। ਪੰਜਾਬ ਦੀਆਂ ਸਾਰੀਆਂ ਸੰਸਥਾਵਾਂ ਇਸ ਗੱਲ ਨੂੰ ਬਿਲਕੁਲ ਸਹਿਣ ਨਹੀਂ ਕਰਨਗੀਆਂ। ਅਸੀਂ ਅੱਜ ਇੱਥੇ ਹੁਣੇ ਸਾਡੀ ਕੋਰ ਕਮੇਟੀ ਨੇ ਫੈਸਲੇ ਲੈਣੇ ਨੇ ਵੀ ਅਸੀਂ ਅੱਗੇ ਕਿਹੋ ਜਿਹੀ ਅੱਗੇ ਗਤੀਵਿਧੀਆਂ ਕਰਨੀਆਂ। ਸੋ ਪੁਲਿਸ ਅੰਦਰ ਖਾਤੇ ਜਾਣਦੀ ਹੈ, ਸਾਡੇ ਕੋਲ ਜਿਹੜੀਆਂ ਗੱਲਾਂ ਆ ਰਹੀਆਂ ਨੇ ਉਹਨੂੰ ਪਤਾ ਵੀ ਇਹ ਨਿਰਦੋਸ਼ ਨੇ, ਸਭ ਨੂੰ ਪਤਾ ਇਹ ਗੱਲ, ਸਾਰੇ ਸਮਾਜ ਨੂੰ ਪਤਾ, ਸਾਰੇ ਸ਼ਹਿਰ ਨੂੰ ਪਤਾ। ਲੇਕਿਨ ਉਸ ਦੇ ਬਾਵਜੂਦ ਵੀ ਉਹਨਾਂ ਨੇ ਇੱਕ ਪ੍ਰੈਸ਼ਰ ਨਾ ਝੱਲ ਸਕਣ ਦੇ ਕਾਰਨ ਹਾਈਵੇ ਖਲਵਾਉਣ ਦੇ ਚੱਕਰ ਦੇ ਵਿੱਚ ਇਹ ਵਿਅਕਤੀ ਨੇ ਜਿਹੜੇ ਇਹਨਾਂ ਨਾਲ ਜਿਹੜੀ ਮਾੜੀ ਕੀਤੀ ਹੈ। ਉਹਦੇ ਵਿੱਚ ਮੈਂ ਐਡ ਕਰਨਾ ਚਾਹਾਂਗਾ, ਜਦੋਂ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਹਾਈਵੇ ਖਲਵਾਉਣ ਕਰਕੇ ਟਰੱਕ ਦਿੱਤਾ ਗਿਆ। ਬਿਲਕੁਲ ਜੀ, ਬਿਲਕੁਲ। ਤੁਹਾਡੀ ਅਗਲੀ ਰਣਨੀਤੀ ਕੀ ਹੈ ਜੇ ਦੇਖੋ, ਨਹੀਂ ਹਟਦੇ? ਸਭ ਤੋਂ ਪਹਿਲਾਂ ਤਾਂ ਅਸੀਂ ਕੱਲ੍ਹ ਦੇ ਲਈ ਐਲਾਨ ਕਰਕੇ ਜਾ ਰਹੇ ਹਾਂ ਔਰ ਇਹ ਪੂਰਾ ਗੁਰਦਾਸਪੁਰ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ, ਸਕੂਲ ਤੇ ਕਾਲਜ ਦੀ ਅਸੀਂ ਅੱਜ ਕਾਲ ਦੇ ਰਹੇ ਹਾਂ। ਉਹ ਕੱਲ੍ਹ ਦਾ ਦਿਨ ਲਈ ਪਹਿਲਾਂ ਤਾਂ ਸ਼ਾਂਤਮਈ ਤਰੀਕੇ ਨਾਲ ਬੰਦ ਰਹਿਣਗੇ ਕੱਲ੍ਹ ਨੂੰ। ਉਹਦੇ ਵਿੱਚ ਅਸੀਂ ਸਿਰਫ ਉਹ ਸੰਸਥਾਵਾਂ ਨੂੰ ਛੋਟ ਦੇ ਰਹੇ ਹਾਂ ਜਿਨ੍ਹਾਂ ਵਿੱਚ ਕੋਈ ਪੇਪਰ ਹੋ ਰਿਹਾ, ਐਗਜ਼ਾਮੀਨੇਸ਼ਨ ਚੱਲ ਰਹੇ ਨੇ। ਅਦਰਵਾਈਜ਼ ਅਸੀਂ ਕੱਲ੍ਹ ਨੂੰ ਇਸ ਰੋਸ ਵਜੋਂ ਆਪਣਾ ਗੁਰਦਾਸਪੁਰ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ, ਸਕੂਲ ਤੇ ਕਾਲਜ ਨੇ ਜਿਹੜੇ ਬੰਦ ਕਰ ਰਹੇ ਹਾਂ। ਉਸ ਤੋਂ ਇਲਾਵਾ ਜਿਹੜੀ ਅਗਲੀ ਰਣਨੀਤੀ ਹੈ ਵੀ ਅਸੀਂ ਕਿਹੜੇ ਐਕਸ਼ਨ ਕਰਨੇ ਨੇ, ਪੂਰੇ ਪੰਜਾਬ ਦੇ ਵਿੱਚ ਕੀ ਕਰਨੇ ਨੇ, ਕਿਉਂਕਿ ਸਾਡੀ ਵੀ ਜਿਹੜੀ ਸੰਖਿਆ ਉਹ ਲਗਭਗ ਅਸੀਂ 9000 ਸਕੂਲ ਆ, ਸਾਡੇ 5 ਲੱਖ ਮੁਲਾਜ਼ਮ ਨੇ, ਸਾਨੂੰ ਵੀ ਸੜਕਾਂ ਜਾਮ ਕਰਨੀਆਂ ਆਉਂਦੀਆਂ ਨੇ, ਸਾਨੂੰ ਵੀ ਹਾਈਵੇ ਜਾਮ ਕਰਨੇ ਆਉਂਦੇ ਨੇ, ਪਰੰਤੂ ਅਸੀਂ ਸੋਚਦੇ ਹਾਂ ਵੀ ਅਸੀਂ ਪੜ੍ਹਿਆ ਲਿਖਿਆ ਵਰਗ ਹਾਂ, ਅਸੀਂ ਕੋਈ ਇਹੋ ਜਿਹੀ ਹਰਕਤ ਨਾ ਕਰੀਏ ਜਿਹਦੇ ਨਾਲ ਸੋਸਾਇਟੀ ਵਿੱਚ ਗਲਤ ਮੈਸੇਜ ਜਾਵੇ। ਅਸੀਂ ਇਸ ਲਈ ਪੁਰਜ਼ੋਰ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਅਸਲੀ ਕਲਪ੍ਰਿਟ ਨੂੰ ਪਕੜ ਕੇ ਪੁਲਿਸ ਚਾਹੇ ਤਾਂ ਕੀ ਨਹੀਂ ਕਰ ਸਕਦੀ, 24 ਘੰਟਿਆਂ ਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਦੋਸ਼ੀ ਨੂੰ ਪਕੜ ਸਕਦੀ ਹੈ। ਤਾਂ ਇਹ ਸਾਡੇ ਜਿਹੜੇ ਮਾਣਯੋਗ ਸਤਿਕਾਰਯੋਗ ਸਾਡੇ ਚੇਅਰਮੈਨ ਸਾਹਿਬ ਨੇ, ਇਹਨਾਂ ਨੂੰ ਜਿਹੜਾ ਹੈਗਾ ਤੁਰੰਤ ਰਿਲੀਜ਼ ਕਰਨ ਦੀ ਸਾਡੀ ਮੰਗ ਹੈ। ਦੇਖੋ, ਮੈਂ ਜਥੇਬੰਦੀਆਂ ਨੂੰ ਇਹੀ ਬੇਨਤੀ ਕਰਦਾ ਵੀ ਜਥੇਬੰਦੀਆਂ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਇਨਸਾਫ ਦਿਵਾਉਣ 'ਚ, ਦੋਸ਼ੀ ਨੂੰ ਫੜਾਉਣ ਦੇ ਵਿੱਚ, ਲੇਕਿਨ ਜਥੇਬੰਦੀਆਂ ਦਾ ਇਹ ਕੋਈ ਫਰਜ਼ ਨਹੀਂ ਹੁੰਦਾ ਵੀ ਆਪਾਂ ਨਿਰਦੋਸ਼ ਬੰਦਿਆਂ ਨੂੰ ਪ੍ਰੈਸ਼ਰ ਪਾ ਕੇ ਅੰਦਰ ਕਰਵਾਈਏ। ਉਹਨਾਂ ਨੂੰ ਸਿਰਫ ਇਹੀ ਗੱਲ ਸਮਝਣੀ ਚਾਹੀਦੀ ਆ, ਆਪਦੇ ਆਪ ਨੂੰ ਉਹ ਸੰਸਥਾ ਦਾ ਚੇਅਰਮੈਨ ਮੰਨ ਕੇ ਸੋਚਣ। ਇੱਕ ਹੋਰ ਤੁਹਾਨੂੰ ਇਹ ਦੱਸਣਾ ਚਾਹਣਾ, ਇੱਥੇ ਇਹ ਵੀ ਰੂਲ ਆ ਸੰਸਥਾਵਾਂ ਦੇ ਵਿੱਚ ਵੀ ਜੇਕਰ ਬੱਸ ਨਾਲ ਕਿਸੇ ਨਾਲ ਕੋਈ ਦੁਰਘਟਨਾ ਹੁੰਦੀ ਆ ਬਾਹਰ, ਤਾਂ ਉਸ ਦਾ ਪਰਚਾ ਵੀ ਪ੍ਰਿੰਸੀਪਲ ਤੇ ਦਰਜ ਕੀਤਾ ਜਾਂਦਾ। ਹੁਣ ਇੱਕ ਸਕੂਲ ਦੇ ਵਿੱਚ, ਇੱਕ ਕਾਲਜ ਦੇ ਵਿੱਚ 20-30 ਬੱਸਾਂ ਨੇ, ਉਹਦੇ ਵਿੱਚ ਡਰਾਈਵਰ ਹੈ, ਕੰਡਕਟਰ ਹੈ, ਉਹਦੇ ਕਾਗਜ਼ ਪੂਰੇ ਨੇ, ਉਹਦੇ ਟੈਕਸ ਪੂਰੇ ਨੇ। ਹੁਣ ਪ੍ਰਿੰਸੀਪਲ 20 ਬੱਸਾਂ 'ਚ ਕਿਵੇਂ ਬੈਠ ਕੇ ਚਲਾ ਜਾਊਗਾ ਜੀ? ਅਗਰ ਕੋਈ ਐਸੀ ਘਟਨਾਵਾਂ ਧਰਤੀ ਤੇ ਹੁੰਦੀਆਂ ਨੇ, ਉਹ ਉਹਨਾਂ ਦਾ ਨਿਖੇਧੀ ਵੀ ਕੀਤੀ ਜਾਂਦੀ ਆ, ਉਹਦੇ ਸਜ਼ਾਵਾਂ ਵੀ ਹੁੰਦੀਆਂ ਨੇ, ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹਾਂ ਅਸੀਂ, ਪਰ ਕਰੋ ਤਾਂ ਦੋਸ਼ੀ ਦੇ ਨਾ ਜੀ। ਸੋ ਇਸ ਲਈ ਜਿਹੜੀਆਂ ਉਹ ਤੁਸੀਂ ਗੱਲ ਕਰ ਰਹੇ ਹੋ ਜਥੇਬੰਦੀਆਂ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਇਕੱਲਾ ਇੱਕ ਪੱਖ ਨਾ ਦੇਖਣ। ਅਸੀਂ ਵੀ ਸਾਰੇ ਪੇਰੈਂਟਸ ਦੇ ਨਾਲ ਖੜੇ ਹੋਣ ਨੂੰ ਆਏ ਆ ਉੱਥੇ, ਪਰੰਤੂ ਬੇਨਤੀ ਇਹ ਆ ਵੀ ਇਹ ਸੰਸਥਾ ਦੇ ਜਿਹੜਾ ਚੇਅਰਮੈਨ ਦਾ ਕੀ ਦੋਸ਼ ਆ, ਇੱਥੋਂ ਦੇ ਪ੍ਰਿੰਸੀਪਲ ਦਾ ਕੀ ਦੋਸ਼ ਆ। ਹੋ ਸਕਦਾ ਇਹ ਦੋਸ਼ੀ ਹੋ ਜਾਣ, ਪਰ ਇਨਵੈਸਟੀਗੇਸ਼ਨ ਤੋਂ ਬਿਨਾਂ ਕਿਵੇਂ ਦੱਸ ਸਕਦੇ ਨੇ? ਹਜੇ ਕੋਈ ਗੱਲ ਨਹੀਂ ਹੋਈ, ਪੂਰੀ ਕੋਆਪਰੇਸ਼ਨ ਚੱਲ ਰਹੀ ਹੈ। ਤਾਂ ਸਾਡੇ ਪਾਰਟ ਤੇ ਕੋਈ ਅਣਗਹਿਲੀ ਬਣੀ ਨਜ਼ਰ ਆ ਰਹੀ, ਜਦੋਂ ਸਾਡੇ ਕੋਲ CCTV ਫੁਟੇਜ ਹੈਗੀ ਆ, ਬੱਚੇ ਦੇ ਉਤਰਨ ਤੋਂ ਲੈ ਕੇ ਚੜ੍ਹਨ ਤੋਂ ਲੈ ਕੇ ਉਤਰਨ ਤੱਕ ਸਾਰੀ ਫੁਟੇਜ ਆ, ਫਿਰ ਉਹਨਾਂ ਨੇ ਦੋਸ਼ ਕਿਵੇਂ ਨਿਰਧਾਰਿਤ ਕਰ ਲਿਆ? ਸੋ ਇਸ ਲਈ ਇਹ ਬਹੁਤ ਬੜਾ ਮਤਲਬ ਮਾੜਾ ਕਦਮ ਆ। ਜਥੇਬੰਦੀਆਂ ਨੂੰ ਜਿਹੜਾ ਹੈਗਾ ਦੋਨੇ ਪੱਖਾਂ ਤੋਂ ਸੋਚ